ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਬੁਲੇਟਿਨ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ ਤੇ ਲਗਾਤਾਰ ਨਿਊਜ਼ 18 ਤੁਹਾਡੇ ਤੱਕ ਪਹੁੰਚਾ ਰਿਹਾ ਸਹੀ ਤੇ ਸਟੀਕ ਜਾਣਕਾਰੀ। ਇਸ ਦੇ ਨਾਲ ਹੀ ਤੁਹਾਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਆਪਣੇ ਘਰ ਰਹੋ, ਸਟੇ ਹੋਮ ਐਂਡ ਸਟੇ ਸੇਫ। अपील ਦਾ ਹਿੱਸਾ ਬਣੋ। ਫਿਲਹਾਲ ਜਿਹੜੀ ਖਬਰ ਵੱਡੀ ਆ ਰਹੀ ਹੈ ਉਹ ਬਠਿੰਡਾ ਤੋਂ ਆ ਰਹੀ ਹੈ। ਬਠਿੰਡਾ ਦੇ ਵਿੱਚ ਲੋਕਾਂ ਨਾਲ ਭਰਿਆ ਟਰੱਕ ਜਿਹੜਾ ਹੈ ਉਹ ਫੜਿਆ ਗਿਆ ਹੈ। ਟਰੱਕ ਦੇ ਵਿੱਚ ਭਰੇ ਸਨ 50 ਤੋਂ ਜ਼ਿਆਦਾ ਲੋਕ ਜੋ ਕਿ ਗਵਾਲੀਅਰ ਤੋਂ ਬਠਿੰਡਾ ਪਹੁੰਚਾਏ ਜਾ ਰਹੇ ਸਨ ਇਸ ਟਰੱਕ ਦੇ ਜ਼ਰੀਏ। ਔਰ ਟਰੱਕ ਦੇ ਵਿੱਚ ਭਰੇ ਲੋਕਾਂ ਦਾ ਇਲਜ਼ਾਮ ਹੈ ਕਿ ਉਹਨਾਂ ਤੋਂ 2500 ਤੋਂ 3000 ਰੁਪਏ ਜਿਹੜੇ ਨੇ ਉਹ ਲਏ ਗਏ ਸਨ। ਤੇ ਲਗਾਤਾਰ ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ। ਕਰਫਿਊ ਵਿਚਾਲੇ ਪੰਜਾਬ ਦੇ ਵਿੱਚ ਕਰਫਿਊ ਹੈ, ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਹੈ, ਪਰ ਲਗਾਤਾਰ ਖਬਰਾਂ ਆ ਰਹੀਆਂ ਹੈ ਕਿ ਕੁਝ ਇਹੋ ਜਿਹੇ ਵਾਇਲੇਟਰਸ ਵੀ ਨੇ ਜੋ ਜਾਲੀ ਨਕਲੀ ਪਾਸ ਹੁੰਦੇ ਨੇ ਉਹਨਾਂ ਨੂੰ ਬਣਾ ਕੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੱਕ ਉਹਨਾਂ ਦਾ ਟਰਾਂਸਪੋਰਟ ਕਰਾਉਂਦੇ ਨੇ। ਤੇ ਅਜਿਹੀ ਹੀ ਖਬਰ ਬਠਿੰਡਾ ਤੋਂ ਵੀ ਸਾਹਮਣੇ ਆਈ ਹੈ। 50 ਲੋਕਾਂ ਦੇ ਨਾਲ ਭਰਿਆ ਜਿਹੜਾ ਟਰੱਕ ਹੈ ਉਹ ਫੜਿਆ ਗਿਆ ਹੈ ਔਰ ਇਸ ਦੇ ਵਿੱਚ ਜਿਹੜੇ ਲੋਕ ਨੇ ਉਹ ਗਵਾਲੀਅਰ ਤੋਂ ਆ ਰਹੇ ਸਨ। ਗਵਾਲੀਅਰ ਤੋਂ ਉਹਨਾਂ ਨੂੰ ਲਿਆਉਂਦਾ ਜਾ ਰਿਹਾ ਸੀ ਔਰ ਬਠਿੰਡਾ ਵਿੱਚ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਜਿਹੜੇ ਲੋਕ ਇਸ ਟਰੱਕ ਦੇ ਵਿੱਚ ਜਿਹੜੇ ਲਿਆਏ ਜਾ ਰਹੇ ਸਨ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਤੋਂ 2500 ਤੋਂ 3000 ਰੁਪਏ ਜਿਹੜੇ ਨੇ ਉਹ ਵਸੂਲੇ ਜਾ ਰਹੇ ਸਨ। ਯਾਨੀ ਕਿ ਇੱਕ ਬੰਦੇ ਤੋਂ ਤਕਰੀਬਨ 2500 ਤੋਂ 3000 ਰੁਪਏ ਜਿਹੜੇ ਨੇ ਉਹ ਲਏ ਜਾ ਰਹੇ ਸਨ ਔਰ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾ ਰਿਹਾ ਸੀ। ਬਠਿੰਡਾ ਵਿੱਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਟਰੱਕ ਦੇ ਵਿੱਚ 50 ਤੋਂ ਜ਼ਿਆਦਾ ਲੋਕ ਨੇ ਜਿਹੜੇ ਗਵਾਲੀਅਰ ਤੋਂ ਬਠਿੰਡਾ ਦੇ ਵਿੱਚ ਦਾਖਲ ਹੋ ਰਹੇ ਸੀ ਤੇ ਇੱਥੇ ਪਤਾ ਲੱਗ ਗਿਆ ਕਿ ਜਦੋਂ ਇਹਨਾਂ ਬੰਦਿਆਂ ਨੂੰ ਬਠਿੰਡਾ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਥੇ ਕੁਝ ਲੋਕਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਪੁਲਿਸ ਹੈ ਫਿਲਹਾਲ ਉਹ ਬੁਲਾ ਲਈ ਹੈ। 50 ਤੋਂ ਜ਼ਿਆਦਾ ਲੋਕ ਨੇ। ਕੁਝ ਲੋਕਾਂ ਨੂੰ ਪਿੱਛੇ ਵੀ ਬਠਿੰਡਾ ਦੇ ਐਂਟਰੀ ਪੁਆਇੰਟ ਤੇ ਇਹਨਾਂ ਨੂੰ ਉਤਾਰ ਦਿੱਤਾ ਗਿਆ ਸੀਗਾ। ਪਰ ਜਿਹੜੇ ਲੋਕ ਆਪਣੇ ਨਾਲ ਨੇ ਜਿਨ੍ਹਾਂ ਨੇ ਦੇਖਿਆ, ਭਾਜੀ ਹੋਇਆ ਕੀ ਸੀਗਾ ਜਦੋਂ ਤੁਸੀਂ ਇੱਥੇ ਆਏ ਹੋ? ਕਿੱਥੇ ਲਾ ਰਹੇ ਸੀ ਬੰਦੇ? ਵੀਰ ਜੀ, ਮੈਂ ਵਿਸ਼ਵਾਸ ਕਲੋਨੀ ਦਾ ਵਾਸੀ ਰਿਸ਼ੀ ਗੋਇਲ। ਮੈਂ ਆਪਣੀ ਗਲੀ ਦੇ ਮੋੜ ਦੇ ਉੱਤੇ ਅਸੀਂ ਖੜੇ ਸੀਗੇ। ਅਸੀਂ ਦੇਖਿਆ ਕਿ ਇੱਥੇ ਇੱਕ ਟਰੱਕ ਦੇ ਵਿੱਚ MP ਨੰਬਰ ਟਰੱਕ ਹੈ ਜੀ, ਜਿਹਦੇ ਵਿੱਚ 70-80 ਬੰਦੇ ਮੌਜੂਦ ਸੀ ਔਰ ਉਸ ਨੇ ਸਾਨੂੰ ਦੇਖ ਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ। ਉਹ ਟਰੱਕ ਦੇ ਵਿੱਚੋਂ ਘੱਟੋ ਘੱਟ 20 ਬੰਦੇ ਉਤਰੇ ਔਰ ਉਤਰ ਕੇ ਉਹ ਟਰਾਂਸਪੋਰਟ ਨਗਰ ਦੇ ਵਿੱਚ ਭੱਜੇ ਔਰ ਕੁਝ ਬੰਦੇ ਇਹ ਪਿੱਛੇ ਢਾਬੇ ਤੇ ਵੀ ਉਤਾਰ ਕੇ ਆਇਆ ਹੈ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹ ਬੰਦੇ ਅਗਿਆਤੇ ਬੰਦੇ ਹੈ, ਅਣਪਛਾਤੇ ਬੰਦੇ ਹੈ, ਕੀ ਪਤਾ ਇਹ ਇੱਥੇ ਕੀ ਕਰਨ ਵਾਸਤੇ ਆਏ ਹੈ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਉਹ ਟਰੱਕ ਡਰਾਈਵਰ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ, ਕਹਿੰਦਾ ਮੈਨੂੰ ਕੁਝ ਨਹੀਂ ਪਤਾ, ਇਹ ਸਾਰੀ ਕਹਾਣੀ ਜਿਹੜੀ ਹੈ ਮੇਰੇ ਮਾਲਕ ਨੂੰ ਪਤਾ ਹੈ। ਔਰ ਇਸ ਬੰਦੇ ਨੇ, ਟਰੱਕ ਡਰਾਈਵਰ ਨੇ, ਹਰ ਇੱਕ ਬੰਦੇ ਤੋਂ 2500 ਰੁਪਇਆ ਲਿਆ ਹੈ। ਇੱਕ ਬੰਦੇ ਤੋਂ ਗਵਾਲੀਅਰ ਤੋਂ ਚੱਲਿਆ ਹੈ ਔਰ ਇਹ ਕਹਿ ਰਿਹਾ ਕਿ ਅਸੀਂ ਲੁਧਿਆਣੇ ਜਾਣਾ ਹੈ। ਜੇਕਰ ਇਹ ਬੰਦਾ ਗਵਾਲੀਅਰ ਤੋਂ ਚੱਲਿਆ ਤੇ ਲੁਧਿਆਣੇ ਇੱਥੇ ਕੀ ਲੈਣ ਵਾਸਤੇ ਆਇਆ, ਬਠਿੰਡੇ ਕੀ ਲੈਣ ਆਇਆ? ਜ਼ਾਹਿਰ ਤੌਰ ਤੇ ਬਹੁਤ ਵੱਡੀ ਚੂਕ ਆਪਾਂ ਪ੍ਰਸ਼ਾਸਨ ਦੀ ਕਹਿ ਸਕਦੇ ਹਾਂ। ਬੇਸ਼ੱਕ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਹੈ ਪਰ ਇਸ ਤਰ੍ਹਾਂ ਭਰਿਆ ਟਰੱਕ ਲੋਕਾਂ ਦਾ ਕਿਵੇਂ ਪਹੁੰਚਿਆ? ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਕਿੱਥੋਂ ਆਏ ਹੋ? दतिया से। अच्छा, कौन लेके आया आप? सर ट्रक वाला सर पंजाब अमृतसर। कितने पैसे रहे दोस्तों ने? 2500 रुपये एक बंदे का लिया जिन्होंने टोटल 50 60 70 जने होंगे जहाँ पर साथ आ रहे थे। ਮਹਾਰਾਜ ਜੀ ਨਾ ਅਸੀਂ ਡਬਰੇ ਤੇ ਬੈਠੇ ਸੀਗੇ। ਸਾਨੂੰ ਇਹਨੇ ਕਿਹਾ ਸੀਗਾ ਵੀ ਅਸੀਂ ਨਾ ਤੁਹਾਨੂੰ ਮਤਲਬ ਕਿ ਸਾਡੀ ਪਰਮਿਸ਼ਨ ਲਈ ਹੋਈ ਹੈ, ਤੁਹਾਨੂੰ ਅਸੀਂ ਤੋੜ ਛੱਡ ਕੇ ਆਵਾਂਗੇ ਜਿੱਥੇ ਤੁਸੀਂ ਜਾਣਾ ਹੋਊਗਾ। ਸਾਡੇ ਮਾਲਕਾਂ ਨੇ ਗੱਲ ਕੀਤੀ ਜੀ ਨਾਲ। ਸਾਡੇ ਮਾਲਕਾਂ ਨੇ ਗੱਲ ਕਰਕੇ 2500 ਰੁਪਇਆ ਸਾਡੇ ਤੋਂ ਉੱਥੇ ਹੀ ਲਿਆ ਨਾਲ ਜੀ। ਇੱਕ ਬੰਦੇ ਦਾ 2500 ਲਿਆ। ਇੱਥੇ ਆ ਕੇ ਸਾਨੂੰ ਉਹਨੇ ਲਾਤਾ, ਕਹਿੰਦਾ ਇੱਥੇ ਉਤਰੋ। ਅਸੀਂ ਇੱਥੇ ਕਿਉਂ ਉਤਰੀ? ਤੁਹਾਨੂੰ ਨਾਲ ਗੱਲ ਹੋਈ ਆ ਵੀ 2500 ਰੁਪਇਆ ਦਿੱਤਾ, ਤੋੜ ਛੱਡ ਕੇ ਆਓ ਸਾਨੂੰ। ਇਹਨੇ 2-3 ਸਾਡਾ ਜੀ ਮਾਰੀਆਂ, ਬ੍ਰੇਕਾਂ ਜੀ ਮਾਰੀ, ਸਾਨੂੰ 2-3 ਗੱਡੀ ਦੇ ਵਿੱਚ ਮਤਲਬ ਸੱਟੇ ਨੇ ਸਾਨੂੰ। ਜਨਾਬ ਅਸੀਂ ਤੇ ਗਰੀਬ ਬੰਦੇ ਮਹਾਰਾਜ, ਅਸੀਂ ਮਿਹਨਤ ਕਰਨ ਵਾਲੇ। ਅੱਜ ਨਾਕੇ ਨੂਕੇ ਸੀ ਰੋਕਦੇ ਸੀ ਪੁਲਿਸ ਨੇ ਤੁਹਾਨੂੰ ਕਿ ਨਹੀਂ ਰੋਕਦੇ? ਨਹੀਂ ਮਾਰੇ, ਕਿਸੇ ਰੋਕਿਆ ਨਹੀਂ ਸਾਨੂੰ ਕਿਸੇ ਨੇ ਜੀ। ਨਾ ਹੀ ਝੂਠੇ ਮਾਰੇ ਰੋਕਿਆ ਨਹੀਂ। ਕਿੰਨੇ ਕਿਲੋਮੀਟਰ ਆਗੇ ਤੋਂ ਪਹਿਲਾਂ ਸੀ? ਮਤਲਬ ਹੋਵੇ 400 ਕੋਲ 500 ਕਿਲੋਮੀਟਰ ਹੋਊਗਾ ਜੀ। ਕਿਸੇ ਨੇ ਰੋਕਿਆ ਨਹੀਂ? ਨਹੀਂ ਜੀ, ਰੋਕਿਆ ਨਹੀਂ ਸਾਨੂੰ। ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਚੌਕਸ ਹੈ, ਸੁਰੱਖਿਆ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ। 400 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਟਰੱਕ ਤੇ ਬਠਿੰਡਾ ਪਹੁੰਚਦਾ ਤੇ ਬਠਿੰਡਾ ਦੇ ਐਂਟਰੀ ਪੁਆਇੰਟ ਤੇ ਆ ਕੇ ਇਹਨਾਂ ਲੋਕਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਖੜੇ ਲੋਕ ਸੀ ਜਿਹੜੇ ਜਾਗਰੂਕ ਸੀ, ਉਹਨਾਂ ਨੇ ਇਹਨਾਂ ਨੂੰ ਰੋਕਿਆ ਹੈਗਾ। ਆਪਾਂ ਗੱਲਬਾਤ ਕਰਦੇ ਆ। ਕੀ ਨਾਮ ਹੈ ਤੁਹਾਡਾ? ਜਗਦੀਸ਼ ਸਿੰਘ। ਕੀ ਕੰਮ ਕਰੋ? ਡਰਾਈਵਰ ਹੋ? ਹਾਂਜੀ, ਕਿੱਥੇ ਲੈ ਕੇ ਆਏ ਸੀ ਇਹਨੂੰ? ਕਿੱਥੋਂ ਲੈ ਕੇ ਆਏ ਬੰਦਿਆਂ ਨੂੰ? ਗਵਾਲੀਅਰ ਤੋਂ। ਕੋਈ ਪਾਸ ਤੁਹਾਡੇ ਕੋਲੇ? ਨਹੀਂ ਕੋਈ। ਕਿੰਨੇ ਪੈਸੇ ਲੈ ਰਹੇ ਹੋ ਇਹਨਾਂ ਤੋਂ? ਭਾਈ ਮੋਟਰ ਮਾਲਕ ਨੇ ਲਏ 2500 ਰੁਪਏ। ਲੱਗਦਾ ਨਹੀਂ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ? ਬਹੁਤ ਵੱਡਾ ਖਿਲਵਾੜ ਹੈ ਤੁਸੀਂ ਕਰ ਰਹੇ ਹੋ ਭਾਜੀ। ਹੁਣ ਦੇਸ਼ ਵਾਸੀਆਂ ਨਾਲ, ਪੰਜਾਬ ਦੇ ਲੋਕਾਂ ਨਾਲ। ਮੇਰੀ ਗੱਲ ਸੁਣੋ ਭਾਜੀ, ਇੱਕ ਤੇ ਕਿੱਥੇ ਫਸੇ ਸੀ ਉਹ। ਹੁਣ ਤੇਲ ਦਾ ਖਰਚਾ ਪਾਣੀ ਲਿਆ ਤੇ ਇੱਕ ਚਲੋ ਅਸੀਂ ਤਾਂ ਭਲਾ ਹੀ ਕੀਤਾ ਤੇ ਬਾਕੀ ਹੁਣ ਚਲੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ। ਇਹ ਭਲਾ ਕਾਹਦਾ? 2500 ਰੁਪਏ ਜੇਬ ਚ ਪਾ ਲਿਆ, ਇਹ ਭਲਾ ਕਾਹਦਾ ਹੈਗਾ? ਭਾਜੀ ਇਹ ਤਾਂ ਮੇਰੀ ਗੱਲ ਸੁਣੋ, ਮੋਟਰ ਮਾਲਕ ਨੇ ਪਾਇਆ, ਤੇਲ ਤੇ ਪਾਉਣਾ ਹੀ ਪੈਂਦਾ, ਗੱਡੀ ਗੁੱਡੀ ਟੋਲ ਟੈਕਸ ਵੀ ਲੱਗਦੇ, ਤੁਹਾਨੂੰ ਪਤਾ ਹੀ ਆ।
ਹਨਾ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਹਿ ਰਹੇ ਰਸਤੇ 'ਚ ਕਿਸੇ ਨੇ ਰੋਕਿਆ ਨਹੀਂ ਹੈ ਔਰ ਇਹ ਬਠਿੰਡਾ ਪਹੁੰਚ ਗਏ ਨੇ। ਭਾਜੀ ਤੁਹਾਨੂੰ ਕੀ ਇੰਟੀਮੇਸ਼ਨ ਮਿਲੀ ਸੀ ਟਰੱਕ ਤੁਸੀਂ ਆ ਕੇ ਰੋਕਿਆ ਹੈਗਾ, ਕੀ ਤੁਹਾਡੇ ਕੋਲ ਜਾਣਕਾਰੀ ਕੀ ਸੀ? ਇੱਕ ਸਰ ਪਤਾ ਕੀ ਹੈ ਜੀ, ਇਹ ਆਇਆ ਜੀ ਆਪਣੇ ਇਧਰਲੇ ਪਾਸੋਂ 4 ਵਜੇ ਉੱਥੇ ਲਾ ਕੇ ਆਇਆ, ਫਿਰ ਆਇਆ ਮਤਲਬ ਵੀ ਇੱਥੇ ਜਿਹੜਾ ਉਹ ਕੱਟਾ ਪੈਂਦਾ ਆਪਣਾ, ਉੱਥੋਂ ਮੁੜਿਆ ਗੱਡੀ, ਉੱਥੇ ਬੰਦੇ ਲਾਉਂਦਾ ਸੀ। ਸਾਨੂੰ ਗਾਹਾਂ ਕੋਈ ਬੰਦਾ ਜਾਂਦਾ ਸੀਗਾ ਰਸਤੇ ਰਾਹੀ, ਉਹ ਦੱਸਿਆ ਉਹਨੇ, ਅਸੀਂ ਉਹਦੀ ਮਿੰਟੋ ਮਿੰਟੀ ਭੱਜੇ, ਇੱਥੇ ਭੱਜ ਕੇ ਗੱਡੀ ਰੋਕ ਲਈ, ਇਹਨੇ ਗੱਡੀ ਭਜਾ ਲਈ ਸੀ। ਇਹ ਮੁੰਡਾ ਗਿਆ ਹੌਲਦਾਰ ਮੇਰੇ ਨਾਲ ਵਿਚਾਰਾ, ਇਹਨੇ ਮੋਟਰਸਾਈਕਲ ਮੂਹਰੇ ਲਾ ਕੇ ਘੇਰੇ ਆ, 60 ਬੰਦੇ ਤਾਰੇ ਸੀ, 60 ਦੇ 60 ਵਿੱਚ ਚੜਾ ਕੇ ਲਿਆ ਮੈਂ ਇੱਥੇ। ਚਲੋ ਹੁਣ ਕਿਹੜੇ ਥਾਣੇ ਕੇ ਲਿਆ ਰਹੇ ਹੋ, ਕਿਹੋ ਜੀ ਕਾਰਵਾਈ ਹੋਊਗੀ ਇਹਨਾਂ ਨੂੰ ਸਰ ਅਫਸਰਾਂ ਨੂੰ ਸੂਚਿਤ ਕਰਤਾ ਜੀ, ਅਫਸਰ ਆਉਂਦੇ ਆ। ਬਿਲਕੁਲ ਪੁਲਿਸ ਦੇ ਜਿਹੜੇ ਅਧਿਕਾਰੀ ਸੀ ਜਿਹੜੇ ਮੌਕੇ ਤੇ ਪਹੁੰਚੇ ਸੀ, ਹਾਲਾਂਕਿ 60 ਬੰਦੇ ਇਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ 60 ਬੰਦੇ ਟਰੱਕ ਦੇ ਵਿੱਚ ਸਵਾਰ ਸੀ, ਜਿਹੜੇ ਕੁਝ ਪਹਿਲਾਂ ਉਤਰ ਗਏ ਸੀ, ਉਤਾਰ ਦਿੱਤਾ ਸੀ, ਉਸ ਤੋਂ ਬਾਅਦ ਆਖਿਰਕਾਰ ਇਹਨਾਂ ਨੂੰ ਦੁਬਾਰੇ ਟਰੱਕ ਚੜਾ ਲਿਆ ਹੈ ਤੇ ਪੁਲਿਸ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ। ਕੈਮਰਾਮੈਨ ਰਜੇਸ਼ ਦੇ ਨਾਲ ਸੂਰਜ ਭਾਨ, ਨਿਊਜ਼ 18 ਪੰਜਾਬ, ਬਠਿੰਡਾ। ਤੇ ਤੁਸੀਂ ਦੇਖਿਆ ਕਿਸ ਤਰ੍ਹਾਂ 50 ਲੋਕ ਜਿਹੜੇ ਟਰੱਕ ਦੇ ਵਿੱਚ ਭਰ ਕੇ ਗਵਾਲੀਅਰ ਤੋਂ ਪੰਜਾਬ ਤੱਕ ਲਿਆਏ ਜਾਂਦੇ ਨੇ ਔਰ ਉਹਨਾਂ ਨੂੰ ਕਿਸੇ ਨਾਕੇ ਤੇ ਰੋਕਿਆ ਵੀ ਨਹੀਂ ਜਾਂਦਾ। ਖੈਰ ਇਸ ਮਾਮਲੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਸੂਰਜ ਭਾਨ ਖੁਦ ਜੁੜ ਚੁੱਕੇ ਨੇ ਜੋ ਸਾਨੂੰ ਪੂਰੀ ਅਪਡੇਟ ਦੇਣਗੇ। ਸੂਰਜ, ਕੌਣ ਨੇ ਇਹ ਲੋਕ ਜਿਨ੍ਹਾਂ ਨੂੰ ਕਲੈਰਿਟੀ ਵੀ ਨਹੀਂ ਹੈ ਕਿ ਕਿਸੇ ਨੇ ਲੁਧਿਆਣੇ ਜਾਣਾ ਹੈ ਔਰ ਬਠਿੰਡਾ ਪਹੁੰਚੇ ਹੋਏ ਨੇ? ਕਿਸ ਤਰ੍ਹਾਂ ਦਾ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ? ਨਵਜੋਤ ਦੇਖੋ ਦੁਬਾਰਾ ਤਾਂ ਤਸਵੀਰਾਂ ਦਿਖਾ ਰਹੇ ਹਾਂ ਟਰੱਕ ਦੀਆਂ ਕਿ ਟਰੱਕ ਬਿਲਕੁਲ ਖਾਲੀ ਹੋ ਚੁੱਕਾ ਹੈ, ਸਿਰਫ ਉਸ ਦੇ ਵਿੱਚ ਜਿਹੜੇ ਬੈਗ ਹੈ, ਸਮਾਨ ਹੈ, ਜ਼ਰੂਰੀ ਸਮਾਨ ਸੀ ਇਹਨਾਂ ਲੋਕਾਂ ਦਾ, ਉਹ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਔਰ ਪੂਰੇ ਦੇ ਪੂਰੇ ਜਿਹੜੇ ਲੋਕ ਸੀਗੇ, ਜਿਹੜੇ 50 ਤੋਂ 60 ਦੇ ਕਰੀਬ ਜਿਹੜੇ ਲੋਕ ਦੱਸੇ ਜਾ ਰਹੇ ਸੀ, ਉਹਨਾਂ ਸਾਰਿਆਂ ਨੂੰ ਜਿਹੜਾ ਨਿੱਜੀ ਇੱਕ ਸਕੂਲ ਦੇ ਵਿੱਚ ਇਕੱਠਾ ਕੀਤਾ ਗਿਆ। ਉੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਖਾਣਾ ਖਿਲਾ ਰਹੇ ਨੇ, ਪਾਣੀ ਪਿਲਾ ਰਹੇ ਨੇ, ਉਹਨਾਂ ਦਾ ਮੈਡੀਕਲ ਦੀ ਤਿਆਰੀ ਦੇ ਵਿੱਚ ਪ੍ਰਸ਼ਾਸਨ ਹੈ। ਪਰ ਕਿਤੇ ਨਾ ਕਿਤੇ ਜਾ ਕੇ ਪ੍ਰਸ਼ਾਸਨ ਸਭ ਤੋਂ ਪਹਿਲਾਂ ਉਹਨਾਂ ਦੇ ਨਾਮ ਦੇ ਲਿਸਟ ਬਣਾਉਣ ਦੇ ਵਿੱਚ ਲੱਗਿਆ ਹੋਇਆ ਕਿ ਆਖਿਰਕਾਰ ਕਿੱਥੋਂ ਕਿੱਥੋਂ ਦੇ ਲੋਕ ਸੀ, ਕਿਸ ਜਗ੍ਹਾ ਦੇ ਰਹਿਣ ਵਾਲੇ ਸੀ, ਆਖਿਰ ਰੂਟ ਇਹਨਾਂ ਦਾ ਕੀ ਸੀ, ਪਲਾਨਿੰਗ ਕੀ ਸੀ, ਕਿੰਨੇ ਕਿੰਨੇ ਪੈਸੇ ਲੈ ਕੇ ਟਰੱਕ ਦੇ ਵਿੱਚ ਆਏ। ਹਾਲਾਂਕਿ ਟਰੱਕ ਦੇ ਡਰਾਈਵਰ ਨੇ ਵੀ ਇਸ ਗੱਲ ਨੂੰ ਕਿਹਾ ਹੈ ਕਿ ਅਸੀਂ ਜਿਹੜਾ 2000 ਤੋਂ ਲੈ ਕੇ 2500 3000 ਰੁਪਏ ਤੱਕ ਇਹਨਾਂ ਤੋਂ ਵਸੂਲੀ ਕੀਤੀ ਹੈ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੇ ਬੈਠੇ ਹੋਏ ਨੇ ਛਾਂ ਦੇ ਵਿੱਚ, ਇਹਨਾਂ ਨੂੰ ਬਿਠਾ ਦਿੱਤਾ। ਫਿਲਹਾਲ ਇਹਨਾਂ ਨੂੰ ਜਿਹੜਾ ਖਾਣਾ ਖਵਾਉਣਾ ਹੈਗਾ ਔਰ ਪਾਣੀ ਪੂਣੀ ਦਾ ਇੰਤਜ਼ਾਮ ਇਹਨਾਂ ਵਾਸਤੇ ਕੀਤਾ ਕਿਉਂਕਿ ਕਾਫੀ ਦਿਨਾਂ ਦੇ ਇਹ ਟਰੱਕ ਦੇ ਵਿੱਚ ਸਫ਼ਰ ਕਰ ਰਹੇ ਸੀ। ਦੂਸਰੇ ਪਾਸੇ ਜਿਹੜੇ ਅਧਿਕਾਰੀ ਨੇ, ਖੁਦ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਇੱਥੇ ਇਸ ਪੂਰੇ ਮਾਮਲੇ ਦੇ ਨਜ਼ਰ ਬਣਾਏ ਹੋਏ ਨੇ, SHO ਲੋਕਲ ਇੱਥੇ ਨੇ। ਆਪਾਂ ਨਾਲ ਥੋੜੀ ਜਿਹੀ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਬਰਾੜ ਸਾਹਿਬ, ਗਿਣਤੀ ਹੋਗੀ ਇਹਨਾਂ ਦੀ, ਕਿੰਨੇ ਕੁ ਲੋਕ ਨੇ ਹੁਣ ਤੱਕ ਆਇਡੈਂਟੀਫਾਈ ਹੋਇਆ ਜੀ? ਹੋ ਰਹੀ ਹੈ ਜੀ, ਪਰ ਤਕਰੀਬਨ 60-70 ਬੰਦੇ ਨੇ ਜਿਹੜੇ ਕਿ ਇਹ ਟਰੱਕ 'ਚ ਅੱਜ SHO ਸਾਹਿਬ ਥਰਮਲ ਵੱਲੋਂ ਇੰਟਰਸੈਪਟ ਕੀਤੇ ਗਏ ਨੇ। ਇਹ ਵੱਖ-ਵੱਖ ਜ਼ਿਲ੍ਹਿਆਂ ਦੇ, ਕੋਈ ਲੁਧਿਆਣੇ ਦਾ ਐਡਰੈਸ ਨੋਟ ਹੋ ਰਹੀ ਹੈ, ਪਰ ਇਹਨਾਂ ਨੂੰ ਰਿਲੀਫ ਦੇ ਤੌਰ ਤੇ ਪਹਿਲਾਂ ਅਸੀਂ ਪਾਣੀ ਪਿਆ ਰਹੇ, ਪਾਣੀ ਪੂਣੀ ਦੀਆਂ ਬੋਟਲਸ ਮੰਗਾਈਆਂ ਤੇ ਪਲੱਸ ਇਹਨਾਂ ਨੂੰ ਖਾਣਾ ਖਵਾਉਣੇ, ਰੱਬ ਜਾਣਦਾ ਕਦੋਂ ਦੇ ਭੁੱਖੇ ਨੇ। ਸੋ ਆਫਟਰ ਦੈਟ ਸੀਨੀਅਰ ਆਫੀਸਰਸ ਵੀ ਡਿਸਾਈਡ ਕਰਨਗੇ ਵੀ ਇਹਨਾਂ ਦਾ ਪਤਾ ਲੱਗਿਆ ਕੋਈ ਬਠਿੰਡਾ ਦੇ ਵਿੱਚ ਹੈ ਜਾਂ ਹੋਰ ਸਾਈਡਾਂ ਦੇ, ਹੋਰ ਸ਼ਹਿਰਾਂ ਦੇ? ਬਠਿੰਡੇ ਦਾ ਕੋਈ ਨਹੀਂ ਗਾ ਜੀ, ਜ਼ਿਆਦਾ ਗਿਣਤੀ ਕਿਸ ਸ਼ਹਿਰ ਦੀ? ਲੁਧਿਆਣੇ ਦੀ। ਇਸ ਵਾਰ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਟਰੱਕ ਡਰਾਈਵਰ ਦੇ ਖਿਲਾਫ? ਜਿਸ ਤਰ੍ਹਾਂ ਕਹਿ ਰਹੇ ਕਿ ਫਿਟਨੈਸ ਵੀ ਨਹੀਂ ਸੀ ਟਰੱਕ ਦੀ, ਫਿਰ ਵੀ ਟਰੱਕ ਰੋਡ ਤੇ ਚੱਲ ਰਿਹਾ, ਕੋਈ ਚੈਕਿੰਗ ਨਹੀਂ ਕੀਤੀ ਗਈ? ਉਹ ਤਾਂ ਇਸ ਤਰ੍ਹਾਂ ਹੈ ਜੀ ਵੀ ਹੁਣ ਅਸੀਂ ਜਦੋਂ ਉਹਨੂੰ ਗਰਾਊਂਡ ਅਪ ਕਰ ਲਿਆ ਹੈਗਾ, ਫਿਲਹਾਲ ਤਾਂ ਜਿਵੇਂ ਤਹਿਸੀਲਦਾਰ ਸਾਹਿਬ ਨੇ ਦੱਸਿਆ, ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ। ਹੁਣ ਇਹਨਾਂ ਦਾ ਪਤਾ ਲੱਗੇ ਵੀ ਕਿਹੜੇ ਕਿਹੜੇ ਜ਼ਿਲ੍ਹੇ ਦੇ ਕਿੰਨੇ ਕਿੰਨੇ ਨੇ, ਉਸ ਤੋਂ ਬਾਅਦ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਕਰਾਂਗੇ। ਟਰੱਕ ਡਰਾਈਵਰ ਦੇ ਕੀ ਖਿਲਾਫ ਕਾਰਵਾਈ ਕੀ ਬਣਦੀ ਹੈ? ਐਜ਼ ਏ ਰੂਲ ਕੀ ਕਹਿੰਦਾ ਹੈਗਾ ਰੂਲ? ਸੀਨੀਅਰ ਅਫਸਰਾਂ ਨਾਲ ਜਿਹੜਾ ਹੈਗਾ ਜੀ ਰਾਏ ਕਰਦੇ ਆ, ਬਾਕੀ ਜਿਹੜੀਆਂ ਜੋ ਵੀ ਹੈਗੀਆਂ ਧਰਾਵਾਂ ਵਗੈਰਾ ਲਾਵਾਂਗੇ, ਸਾਰੀਆਂ ਕੋਸ਼ਿਸ਼ ਕਰਾਂਗੇ। ਬਿਲਕੁਲ ਨਵਜੋਤ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਿਲਹਾਲ ਉਹਨਾਂ ਦਾ ਜਿਹੜਾ ਐਡਰੈਸ ਹੈ ਵਗੈਰਾ ਉਹ ਨੋਟ ਕੀਤਾ ਜਾ ਰਿਹਾ ਹੈ। ਸੋਸ਼ਲ ਡਿਸਟੈਂਸ ਦੇ ਹਿਸਾਬ ਨਾਲ ਇਹਨਾਂ ਨੂੰ ਰੋਕਿਆ ਗਿਆ। ਹਾਲਾਂਕਿ ਜ਼ਿਆਦਾ ਜਿਹੜੀ ਗਿਣਤੀ ਹੈ ਇਹਨਾਂ ਦੀ ਲੁਧਿਆਣਾ ਦੀ ਹੈ, ਲੁਧਿਆਣਾ ਦੇ ਜ਼ਿਆਦਾ ਜਿਹੜੇ ਇਹ ਲੋਕ ਨੇ ਉਹ ਇੱਥੇ ਆਏ ਹੋਏ ਨੇ, ਪਰ ਇਹਨਾਂ ਨੂੰ ਫਿਲਹਾਲ ਅਜੇ ਇਹਨਾਂ ਨੂੰ ਚਾਹ ਦਾ ਇੰਤਜ਼ਾਮ ਹੈ, ਪਾਣੀ ਦਾ ਇੰਤਜ਼ਾਮ ਕੀਤਾ ਗਿਆ। ਆਪਾਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਭਾਜੀ ਕਿਸ ਜਗ੍ਹਾ ਤੋਂ ਆਏ? ਗਵਾਲੀਅਰ ਤੋਂ ਭਾਈ 40 ਕਿਲੋਮੀਟਰ ਪਿੰਡ ਦਾ ਤਹਿਸੀਲ ਪੈਂਦੀ ਚਨੌਰ, ਚਨੌਰ ਦੇ ਨਾਲ ਗਾਵਾਂ ਛਦਾ ਗਾਵਾਂ, ਉੱਥੋਂ ਆਏ ਆ। ਕਿੱਥੋਂ ਟਰੱਕ ਤੇ ਤੁਸੀਂ ਚੜੇ, ਕਿੱਥੇ ਜਾਣਾ ਸੀ, ਕਿੰਨੇ ਕਿੰਨੇ ਪੈਸੇ, ਕਹਾਣੀ ਦੱਸੋ ਸਾਰੀ ਕੀ ਸੀ? ਭਾਜੀ ਇਹਦੀ ਇਹ ਗੱਲ ਆ ਵੀ ਅਸੀਂ ਤੁਰ ਕੇ ਆਉਂਦਾ ਹਾਂ ਤੇ ਸੰਦਾਂ ਨੂੰ ਹੱਥ ਦਿੰਦੇ ਹਾਂ ਤੇ ਮਸ਼ੀਨਾਂ ਵਾਲਿਆਂ ਨੂੰ ਹੱਥ ਦਿੰਦੇ, ਕੋਈ ਨਹੀਂ ਭਾਉਂਦਾ। ਇਹ ਗੱਡੀ ਵਾਲੇ ਨੇ ਭਾਉਣ ਦੀ ਕੋਸ਼ਿਸ਼ ਕੀਤੀ, ਪਹਿਲਾਂ 3000 ਮੰਗਦਾ, ਮੁੜ ਕੇ 2500 ਤੇ ਜੀ ਗੱਲ ਹੋ ਗਈ। ਇਹਨੇ ਆਖਿਆ ਜੀ ਮੈਂ ਲੈ ਜਾਂਦਾ। ਹਾਂਜੀ, ਇੱਥੇ ਕਿਵੇਂ ਤਾਰਦਾ, ਤੁਹਾਨੂੰ ਕਿਵੇਂ ਫੜੇ ਗਏ ਇੱਥੇ? ਇੱਥੇ ਭਾਜੀ ਵਿੱਚ ਲੁਧਿਆਣੇ ਦੇ 20-25 ਜਣੇ ਆ, ਉਹਨਾਂ ਨਾਲ ਪਹਿਲਾਂ ਗੱਲ ਹੋਈ ਤੁਹਾਨੂੰ ਲੁਧਿਆਣੇ ਤਾਰਿਆ ਜਾਊਗਾ। ਉਹਨਾਂ ਨੂੰ ਫਿਰ ਭਾਜੀ ਇੱਥੇ ਤਾਰਨ ਦੀ ਡਰਾਈਵਰ ਕੋਸ਼ਿਸ਼ ਕਰਦਾ ਸੀ, ਉਹ ਨਹੀਂ ਉਤਰਦੇ। ਉਹ ਆਂਦੇ ਸਾਡੇ ਨਾਲ ਤੇਰੀ ਗੱਲ ਹੋਈ, 2500 ਰੁਪਈਆ ਦਿੱਤਾ, ਤੈਨੂੰ ਉੱਥੇ ਤਾਰਾਂਗੇ। ਤੇ ਇਹ ਨਹੀਂ ਤਾਰਦਾ, ਪਹਿਲਾਂ ਅੱਧੇ ਨੇ ਡੱਕ ਕੇ ਥੋੜੇ ਪਿੱਛੇ ਤਾਰੇ ਤੇ ਮੁੜ ਕੇ ਫਿਰ ਉਹਨਾਂ ਨਹੀਂ ਰੌਲਾ ਪੈ ਗਿਆ, ਫਿਰ ਉਹਨਾਂ ਝਗੜਾ ਕੀਤਾ ਆਪਸੇ ਦੀ। ਜੋ ਝਗੜਾ ਹੋਇਆ ਤੇ ਉਦੋਂ ਇੱਥੇ ਪਤਾ ਲੱਗ ਗਿਆ, ਪਬਲਿਕ ਨੂੰ ਪਤਾ ਲੱਗ ਗਿਆ, ਪੁਲਿਸ ਨੂੰ ਪਤਾ ਲੱਗ ਗਿਆ। ਖਾਣ ਪੀਣ ਨੂੰ ਕੁਝ ਮਿਲ ਰਿਹਾ ਸੀ ਟਰੱਕ 'ਚੋਂ? ਇੰਨਾ ਸਫ਼ਰ ਤੁਸੀਂ ਕਰਕੇ ਆਏ ਹੋ, ਖਾਣ ਪੀਣ ਦੇ? ਨਾ ਭਾਜੀ, ਪਾਣੀ ਦੀ ਬੋਤਲ ਸੀ ਆਪਦੇ ਕੋਲ, ਜਾਂ ਰੋਟੀ ਕਿਸੇ ਨੇ ਜਿਹੜੇ ਤਕਾਲੀ ਖਾ ਲਈ ਆ ਉਹੀ। ਅੱਛਾ, ਤੁਸੀਂ ਕਿਸ ਜਗ੍ਹਾ ਤੇ ਆਏ ਹੋ?
ਕਿੱਥੋਂ ਚੜੇ ਉੱਥੋਂ ਜੜਿਆ ਜੀ ਗਵਾਲੀਅਰ ਇਕੱਠੇ ਮੇਰੇ ਨਾਲ ਗਵਾਲੀਅਰ ਹਾਂਜੀ ਹਾਂਜੀ ਕਿੰਨੇ ਪੈਸੇ ਲੈ ਰਹੇ ਸੀ ਟਰੱਕ ਵਾਲਾ 2500 3000 ਭਾਜੀ ਲੈਣ ਦਿਆ ਇੱਕ ਜਣੇ ਤੋਂ ਕੀ ਕੰਮ ਕੀ ਕਰਦੇ ਹੋ ਕੰਪਾਈਨ ਦਾ ਭਾਜੀ ਤੁਸੀਂ ਅੰਕਲ ਕੀ ਕੰਮ ਕਰਦੇ ਹੋ ਮੈਂ ਵੀ ਕੰਪਾਈਨ ਦਾ ਕਰਦਾ ਜੀ ਕੰਬਾਈਨ ਤੇ ਹਾਂਜੀ ਹਾਂਜੀ ਇਕੱਠੇ ਜੋ ਦੇਖ ਸਕਦੇ ਹੋ ਜ਼ਿਆਦਾਤਰ ਇਹ ਲੋਕ ਨੇ ਜਿਹੜੇ ਕੰਬਾਈਨ ਤੇ ਕੰਮ ਕਰਦੇ ਨੇ ਕੰਬਾਈਨ ਦੇ ਡਰਾਈਵਰ ਨੇ ਕੋਈ ਲੇਬਰ ਦਾ ਕੰਮ ਕਰਨ ਵਾਲਾ ਹੈ ਕੋਈ ਅਲੱਗ-ਅਲੱਗ ਆਪਦੇ ਕੰਮਾਂ ਨੂੰ ਲੈ ਕੇ ਜਿਹੜੇ ਇਹ ਫਸੇ ਹੋਏ ਸੀ ਤੁਸੀਂ ਦੇਖ ਸਕਦੇ ਹੋ ਕਿ ਦੂਰ-ਦੂਰ ਤੱਕ ਕਰਕੇ ਇਹਨੂੰ ਬਿਠਾਇਆ ਹੋਇਆ ਸੋਸ਼ਲ ਡਿਸਟੈਂਸਿੰਗ ਕਰਕੇ ਇਹਨੂੰ ਅਲੱਗ-ਅਲੱਗ ਜਗ੍ਹਾ ਤੇ ਬਿਠਾਇਆ ਹੋਇਆ ਛਾਵੇਂ ਇਹਨਾਂ ਨੂੰ ਬਿਠਾਇਆ ਹੋਇਆ ਇਸ ਤੋਂ ਬਾਅਦ ਇਹਨਾਂ ਨੂੰ ਪਾਣੀ ਵਗੈਰਾ ਪਿਲਾਇਆ ਔਰ ਉਸ ਤੋਂ ਬਾਅਦ ਖਾਣੇ ਦਾ ਇੰਤਜ਼ਾਮ ਹੈ ਜਿਹੜਾ ਲੋਕਲ ਪ੍ਰਸ਼ਾਸਨ ਕਰ ਰਿਹਾ ਹਾਲਾਂਕਿ ਜੀ ਧੰਨਵਾਦ ਸੂਰਜ ਤੁਹਾਡਾ ਇਸ ਖਬਰ ਤੇ ਸਾਨੂੰ ਪੂਰੀ ਜਾਣਕਾਰੀ ਦੇਣ ਵਾਸਤੇ ਔਰ ਜੋ ਤਸਵੀਰਾਂ ਤੁਹਾਡੇ ਵੱਲੋਂ ਵਿਖਾਈਆਂ ਗਈਆਂ ਹੈ ਵਾਕਈ ਹੀ ਇਹ ਲੋਕ ਕਿਤੇ ਨਾ ਕਿਤੇ ਫਸੇ ਹੋਏ ਸਨ ਮਜਬੂਰ ਸਨ ਔਰ ਪਤਾ ਨਹੀਂ ਕਿੰਨੇ ਦਿਨਾਂ ਤੋਂ ਭੁੱਖੇ ਭਾਣੇ ਲੋਕ ਸਫ਼ਰ ਕਰ ਰਹੇ ਸਨ ਪਰ ਉਹ ਲੋਕ ਜਿਹੜੇ ਕੁਝ ਪੈਸਿਆਂ ਪਿੱਛੇ ਅਜਿਹੇ ਲੋਕਾਂ ਨੂੰ ਠੱਗ ਵੀ ਲੈਂਦੇ ਨੇ ਔਰ ਮਦਦ ਦਾ ਜਿਹੜਾ ਦਿਲਾਸਾ ਦਿੰਦੇ ਨੇ ਪਰ ਉਸ ਤੋਂ ਬਾਅਦ ਇੰਨੇ ਪੈਸੇ ਇਹਨਾਂ ਤੋਂ ਠੱਗ ਲੈਂਦੇ ਨੇ ਵਿਚਾਰੇ ਮਜ਼ਦੂਰ ਹੁੰਦੇ ਨੇ ਹਾਲਾਂਕਿ ਇਹਨਾਂ ਤੇ ਕਾਰਵਾਈ ਤੇ ਹੋਣੀ ਤੇ ਬਣਦੀ ਹੈ ਇਸ ਦੇ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ ਕਿ ਆਖਿਰਕਾਰ ਇਸ ਦੇ ਵਿੱਚ ਕਰਫਿਊ ਦੇ ਫਿਰ ਕੀ ਮਾਇਨੇ ਨੇ ਜਿਹੜੇ ਸਮਝੇ ਜਾਣ ਕਿਉਂਕਿ ਕਿਤੇ ਵੀ ਇਹਨਾਂ ਨੂੰ ਰੋਕਿਆ ਨਹੀਂ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਅੱਗੇ ਵਧਦੇ ਆ ਖਬਰ ਜਿਹੜੀ ਅਗਲੀ ਖਬਰ ਹੈ ਉਹ ਵੀ ਇਸੇ ਮੁੱਦੇ ਦੇ ਨਾਲ ਜੁੜੀ ਹੋਈ ਹੈ ਲਾਕਡਾਊਨ ਦੇ ਵਿਚਾਲੇ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਗਿਰੋਹ ਹੈ ਜਿਹੜਾ ਕੰਮ ਕਰ ਰਿਹਾ ਹੈ ਇਹ ਗਿਰੋਹ ਜਿਹੜਾ ਹੈ ਇਹ ਕੁਝ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੱਕ ਛੱਡਦਾ ਹੈ ਔਰ ਫਿਰ ਮੋਟੀ ਕਮਾਈ ਜਿਹੜੀ ਹੈ ਉਹ ਠੱਗਦਾ ਹੈ ਪੁਲਿਸ ਨੇ ਗਿਰੋਹ ਦਾ ਪਰਦਾਫਾਸ਼ ਕਰਕੇ 9 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਦੇਸ਼ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ 3 ਮਈ ਤੱਕ ਲਾਕਡਾਊਨ ਹੈ ਲਾਕਡਾਊਨ ਦੇ ਵਿਚਾਲੇ ਵੀ ਪੰਜਾਬ ਦੀ ਹੁਸ਼ਿਆਰਪੁਰ ਪੁਲਿਸ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਮਨੁੱਖੀ ਤਸਕਰੀ ਕਰ ਰਿਹਾ ਸੀ ਗਿਰੋਹ ਇੰਨਾ ਸ਼ਾਤਿਰ ਹੈ ਕਿ ਉਸ ਦੇ ਕੋਲ ਆਪਣੇ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇਣ ਦੇ ਲਈ ਮੈਜਿਸਟ੍ਰੇਟ ਦੀ ਜਾਲੀ ਮੋਹਰ ਵੀ ਹੈ ਜਿਸ ਨਾਲ ਇਹ ਜਾਲੀ ਪਾਸ ਬਣਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਭੇਜਣ ਦੇ ਨਾਮ ਉੱਤੇ ਮੋਟੀ ਰਕਮ ਵਸੂਲਦੇ ਸਨ ਇਹਨਾਂ ਦੇ ਗੋਰਖ ਧੰਦਾ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ ਅਤੇ ਪੁਲਿਸ ਨੇ 5 ਗੱਡੀਆਂ ਦੇ ਨਾਲ 9 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸਾਰੇ ਮੁਲਜ਼ਮ ਹੁਸ਼ਿਆਰਪੁਰ ਅਤੇ ਟਾਂਡਾ ਦੇ ਨੇ ਹੁਣ ਇੱਕ ਕਰੀਬ ਸਾਡੇ 10 ਬੰਦਿਆਂ ਦੇ ਉੱਤੇ ਅਸੀਂ ਐਫਆਈਆਰ ਲਾਂਚ ਕੀਤੀ ਹੈ ਜਿਨ੍ਹਾਂ ਵਿੱਚੋਂ ਅਸੀਂ 9 ਵਿਅਕਤੀ ਗ੍ਰਿਫਤਾਰ ਕਰ ਚੁੱਕੇ ਹਾਂ ਜਿਨ੍ਹਾਂ ਦਾ ਇੱਕ ਮਾਸਟਰਮਾਈਂਡ ਸਤਨਾਮ ਸਿੰਘ ਜੱਸੀ ਹੈ ਜਿਸ ਦੀਆਂ ਆਪਣੀਆਂ 2 ਟੈਂਪੂ ਟਰੈਵਲ ਅਤੇ 2 ਇਨੋਵਾ ਗੱਡੀਆਂ ਜਿਨ੍ਹਾਂ ਵਿੱਚ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਪੰਜਾਬ ਨੂੰ ਕਰ ਚੁੱਕੇ ਮੁਲਜ਼ਮਾਂ ਦੀ ਠੱਗੀ ਦਾ ਸ਼ਿਕਾਰ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਤੋਂ 5-5 ਹਜ਼ਾਰ ਰੁਪਏ ਲੈ ਕੇ ਮੁਲਜ਼ਮ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਛੱਡ ਗਏ ਪਰ ਪੁਲਿਸ ਨੇ ਵਾਪਸ ਭੇਜ ਦਿੱਤਾ ਇਹ ਗਿਰੋਹ ਪਹਿਲਾਂ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਛੱਡ ਚੁੱਕਾ ਹੈ ਕਿਹੜੀ ਉੱਧਰ ਲੈ ਜਾ ਕੋਈ 4800 ਦੀ ਨਹੀਂ ਭਰਾਵਾ ਹੋਈ ਗੱਲ ਪਰਲੇ ਪਾਸੇ ਗੇਟ ਤੇ ਉਹਨਾਂ ਬੰਦੇ ਪੁੱਛ ਕਿੰਨੀ ਦੀ ਗੱਲ ਹੋਈ ਆ 5000 ले पूछो तब 2000 रुपए इनका दो तो 2000 तुमको आ जाना ये 2000 वही बच गया है खटमल वाला वही अभी आ ले आऊंगा ना दे दियो आओगे तो एक मिनट एक कितना होया 60 होया आप आगे 60 होया आप आगे 60 होया आ 30 ਆ ਕਿੰਨੀ ਆ ਇਹ 35 ਕਿਲੋ ਹੋਇਆ ਕੋਰੋਨਾ ਦੇ ਕਹਿਰ ਦੇ ਵਿਚਾਲੇ ਦੂਜੇ ਸੂਬਿਆਂ ਦੇ ਵਿੱਚ ਫਸੇ ਮਜ਼ਦੂਰਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਕੁਝ ਲੋਕ ਆਪਣੀਆਂ ਜੇਬਾਂ ਭਰ ਰਹੇ ਨੇ ਚੰਦ ਰੁਪਿਆਂ ਦੇ ਲਈ ਇਹ ਲੋਕ ਕਿਸੇ ਦੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹੁਸ਼ਿਆਰਪੁਰ ਤੋਂ ਦੀਪਕ ਬਹਿਲ ਨਿਊਜ਼ 18 ਤੇ ਲਗਾਤਾਰ ਤੁਹਾਡੇ ਤੱਕ ਉਹਨਾਂ ਲੋਕਾਂ ਬਾਰੇ ਖਬਰਾਂ ਪਹੁੰਚਾ ਰਹੇ ਹਾਂ ਜੋ ਮਜ਼ਦੂਰਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਅਗਲੀ ਖਬਰ ਮੋਗਾ ਤੋਂ ਹੈ ਕੋਰੋਨਾ ਤੇ ਕਰਫਿਊ ਦੀ ਇਸ ਸੰਕਟ ਭਰੀ ਘੜੀ ਦੇ ਵਿੱਚ ਸਰਕਾਰਾਂ ਦੇ ਨਾਲ ਹਰ ਕੋਈ ਲੋੜਮੰਦਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਪਰ ਕੁਝ ਲੋਕ ਅਜਿਹੇ ਵੀ ਨੇ ਜੋ ਕੋਰੋਨਾ ਤੇ ਕਰਫਿਊ ਦੌਰਾਨ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ਔਰ ਉਹ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਜਿਹਾ ਇੱਕ ਟੈਕਸੀ ਡਰਾਈਵਰ ਮੋਗਾ ਪੁਲਿਸ ਦੇ ਹੱਥੇ ਚੜਿਆ ਹੈ ਜੋ ਹੋਰਨਾਂ ਸੂਬਿਆਂ ਦੇ ਵਿੱਚ ਲੋਕਾਂ ਨੂੰ ਛੱਡਣ ਬਦਲੇ ਮੋٹے ਪੈਸੇ ਵਸੂਲਦਾ ਸੀ ਮੋਗਾ ਪੁਲਿਸ ਦੀ ਗਿਰਫਤ ਦੇ ਵਿੱਚ ਖੜਾ ਹੈ ਉਹ ਸ਼ਖਸ ਹੈ ਜੋ ਕਰਫਿਊ ਤੇ ਕੋਰੋਨਾ ਸੰਕਟ ਵਿਚਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਾ ਸੀ ਧਰਮਕੋਟ ਦਾ ਇਹ ਸ਼ਖਸ ਟੈਕਸੀ ਡਰਾਈਵਰ ਹੈ ਜਿਸ ਨੇ ਨਾ ਸਿਰਫ ਆਪਣੀ ਗੱਡੀ ਉੱਤੇ ਨਕਲੀ ਕਰਫਿਊ ਪਾਸ ਲਗਵਾ ਰੱਖਿਆ ਸੀ ਸਗੋਂ ਇਹ ਟੈਕਸੀ ਡਰਾਈਵਰ ਕਰਫਿਊ ਦੌਰਾਨ ਲੋਕਾਂ ਨੂੰ ਪੰਜਾਬ ਤੋਂ ਹੋਰਨਾਂ ਸੂਬਿਆਂ ਦੇ ਵਿੱਚ ਛੱਡਣ ਲਈ 25000 ਰੁਪਏ ਤੱਕ ਵਸੂਲਦਾ ਸੀ ਪੁਲਿਸ ਨੇ ਇਸ ਤੋਂ ਇੱਕ ਇਨੋਵਾ ਤੇ ਇੱਕ ਟਿਓਸ ਕਾਰ ਬਰਾਮਦ ਕੀਤੀ ਹੈ
ਜਿਸ ਉੱਤੇ ਉਸਨੇ ਐਸਡੀਐਮ ਦੀ ਮੋਹਰ ਵਾਲਾ ਨਕਲੀ ਕਰਫਿਊ ਪਾਸ ਲਾ ਰੱਖਿਆ ਸੀ। सर ये पास इतों मैंने मिले जी पल्ला ट्रांसपोर्ट वाले जी धर्मकोट, उन्होंने मैंने ये कह के दिता सी पास कि बिल्कुल जैनुअन पास आ, असीं दफ्तर चों कढ़ा के देंगे तुहानूं पास, ये वैलिड होगा। सर उहदे भरोसे ते मैं लैके गया सी सर, तो मेरा पास मेरी गड्डी ते लगा होया सीगा जी, मैं उतारिया नहीं सी। जे मैनूं पता हुंदा जी मेरा पास जाली आ तो मैं सर उतार दिंदा, फाड़ दिंदा जां साड़ दिंदा, पर मेरा पास अजे भी मतलब गड्डी तो उतारिया नहीं सी। ਕਿੰਨੀਆਂ ਗੱਡੀਆਂ ਦੇ ਪਾਸ ਲੱਗੇ ਤੁਹਾਡੀਆਂ ਤੇ? सर 3 गड्डियां ते सीगा जी, सर 2 ते। ਕਿੰਨੇ ਗੇੜੇ ਲਾ ਚੁੱਕੇ ਹੋ ਤੁਸੀਂ? सर 2 गेड़े लाए सी। ਕਿੱਥੋਂ ਕਿੱਥੋਂ ਦੇ? सर आगरे तो अगे है जी पौने 200 किलोमीटर, मेहनपुरी जिला जी, उत्थों गया सी। ਕਿੰਨੇ ਪੈਸੇ ਲੈਣੇ ਤੁਸੀਂ? सर 25,000 रुपया लिया सी एक गेड़े का जी। जानकारी मुताबक इस टैक्सी ड्राइवर ने पुलिस पुछगिछ दौरान मन्निया है कि उसने नकली करफ्यू पास 500 रुपए विच बनवाया सी ते हुण पुलिस इस आधार उत्ते पता लगाउण विच जुटी हुई है कि मोगा दे विच होर किन्ने अजिहे नकली पास बनवा के लोग घुम रहे ने ते पास आखिर कौन जारी कर रहा है। मोगा तो दीपक सिंगला, न्यूज़ 18। ਤੇ ਅਗਲੀ ਵੱਡੀ ਖਬਰ ਅੰਮ੍ਰਿਤਸਰ ਤੋਂ, ਜਿੱਥੇ ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਦੇ ਵਿੱਚ 10 ਆੜਤੀਆਂ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਤੇ ਇੱਕ ਕਾਰਵਾਈ ਹੋਈ ਹੈ ਔਰ ਨਿਊਜ਼ 18 ਨੇ ਦਿਖਾਇਆ ਸੀ ਸਬਜ਼ੀ ਮੰਡੀ ਦਾ ਹਾਲ, ਜਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਬਜ਼ੀ ਮੰਡੀ ਦੇ ਵਿੱਚ ਆਏ ਸਨ ਸਬਜ਼ੀ ਖਰੀਦਣ, ਔਰ ਇਸ ਦੇ ਨਾਲ ਹੀ ਨਾ ਉਹਨਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਸੀ ਔਰ ਨਾ ਹੀ ਉਹਨਾਂ ਦੇ ਮੂੰਹ ਤੇ ਮਾਸਕ ਸਨ, ਔਰ ਇਸ ਦੇ ਨਾਲ ਹੀ ਕਿਸੇ ਤਰ੍ਹਾਂ ਦਾ ਕਰਫਿਊ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਗਿਆ ਸੀ ਔਰ ਸਬਜ਼ੀ ਮੰਡੀ ਦੇ ਵਿੱਚ जुटी हुई सी जबरदस्त भीड़। तस्वीरां तुहानू शुक्रवार ਦੀਆਂ ਅਸੀਂ ਦਿਖਾ ਰਹੇ ਹਾਂ, यानी कि 2 दिन ਪਹਿਲਾਂ ਜੋ ਮੰਡੀ ਦਾ ਹਾਲ ਸੀ, ਜਿਸ ਦੇ ਵਿੱਚ ਲੋਕੀ ਭਾਰੀ ਤਾਦਾਦ ਦੇ ਵਿੱਚ ਸਬਜ਼ੀ ਮੰਡੀ ਵਿੱਚ ਪਹੁੰਚੇ ਹੋਏ ਸੀ ਔਰ ਉਲੰਘਣਾ ਕਰਦੇ ਹੋਏ ਸਾਫ਼ ਤੌਰ ਤੇ ਨਜ਼ਰ ਆਏ। ਔਰ ਹੁਣ ਨਿਊਜ਼ 18 ਦੀ ਖਬਰ ਦਾ ਇਹ ਅਸਰ ਹੋਇਆ ਹੈ ਕਿ ਜਿਹੜੇ 10 ਆੜਤੀ ਸੀਗੇ ਜੋ ਤੇ ਸਬਜ਼ੀ ਲਾ ਕੇ ਬੈਠੇ ਹੋਏ ਸੀ, ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਨੇ। ਤੇ ਕੋਰੋਨਾ ਸੰਕਟ ਵਿਚਾਲੇ ਤਲਵੰਡੀ ਸਾਬੋ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਚੱਲਦੇ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਆਪਣੇ ਇਲਾਕਿਆਂ ਨੂੰ ਸੈਨੀਟਾਈਜ਼ ਕਰ ਰਹੀਆਂ ਨੇ। ਅੱਜ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਉਹਦੇ ਕੰਪਲੈਕਸ ਨੂੰ ਵੀ ਸੈਨੀਟਾਈਜ਼ ਕੀਤਾ ਜਾ ਰਿਹਾ ਹੈ, ਜਿਸ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੈਨੀਟਾਈਜ਼ ਭੇਜਿਆ ਗਿਆ ਹੈ। ਤਸਵੀਰਾਂ 'ਚ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜਾ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਤਖਤ ਸਾਹਿਬ ਦੇ ਮੁਲਾਜ਼ਮ ਨੇ ਜੋ ਸਾਰੇ ਤਖਤ ਸਾਹਿਬ ਦੇ ਕੰਪਲੈਕਸ ਨੂੰ, ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕੰਪਲੈਕਸ ਨੂੰ ਸੈਨੀਟਾਈਜ਼ ਕਰ ਰਹੇ ਨੇ। ਭਾਵੇਂ ਕਿਤੇ ਸੰਗਤਾਂ ਦੀ ਆਮਦ ਘੱਟ ਹੈ, ਪਰ ਫਿਰ ਵੀ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾ ਰਿਹਾ ਤਾਂ ਜੋ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ, ਪੂਰਾ ਇਲਾਕਾ ਜਿਹੜਾ ਸਾਫ਼ ਸੁਥਰਾ ਰਹੇ। ਤੇ ਇਸ ਲਈ ਜਿਹੜਾ ਪੂਰਾ ਆਲਾ ਦੁਆਲਾ ਸਾਫ਼ ਸੈਨੀਟਾਈਜ਼ ਕੀਤਾ ਜਾ ਰਿਹਾ। ਇਹਦੇ ਨਾਲ ਹੀ ਤਖਤ ਸਾਹਿਬ ਤੋਂ ਇਲਾਵਾ ਤਖਤ ਸਾਹਿਬ ਦੇ ਜਿਹੜੇ ਇਤਿਹਾਸਕ ਗੁਰਦੁਆਰਾ ਨੇ ਜਾਂ ਬੁੰਗਾ ਮਸਤੂਆਣਾ ਸਾਹਿਬ ਹੈ, ਬੁੱਢਾ ਦਲ ਹੈ, ਉੱਥੇ ਵੀ ਸੈਨੀਟਾਈਜ਼ ਦਾ ਛਿੜਕਾਅ ਕਰਕੇ ਉਹਨੂੰ ਸਾਫ਼ ਸੁਥਰਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਮੈਨੇਜਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਮੈਨੇਜਰ ਸਾਹਿਬ, ਕਿਸ ਤਰ੍ਹਾਂ ਦਾ ਅੱਜ ਉਪਰਾਲਾ ਸ਼ੁਰੂ ਕੀਤਾ ਗਿਆ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਰੋਨਾ ਵਾਇਰਸ ਨੂੰ ਵੇਖਦਿਆਂ ਆ ਤਖਤ ਸਾਹਿਬ ਦੇ ਏਰੀਏ 'ਚ ਅਤੇ ਨੇੜੇ ਹੋਰ ਨਿਹੰਗਾਂ ਸਿੰਘਾਂ ਦੀਆਂ ਡੇਰਿਆਂ ਦੇ ਵਿੱਚ ਜਾਂ ਮਸਤੂਆਣਾ ਗੁਰਦੁਆਰਾ ਸਾਹਿਬ ਨੂੰ ਸੈਨੀਟਾਈਜ਼ ਕਰਨ ਵਾਸਤੇ ਅੱਜ ਇਹ ਉਪਰਾਲਾ ਕੀਤਾ ਜਾ ਰਿਹਾ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ, ਦਿੱਕਤ ਨਾ ਆਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਸੈਨੀਟਾਈਜ਼ ਭੇਜਿਆ ਗਿਆ। ਤਖਤ ਸਾਹਿਬ ਤੋਂ ਅੱਜ ਦੀ ਸ਼ੁਰੂਆਤ ਕੀਤੀ ਗਈ ਹੈ। ਤਖਤ ਸਾਹਿਬ ਦੀਆਂ ਤਸਵੀਰਾਂ ਦੇਖੀਆਂ ਤੁਸੀਂ ਦੇਖ ਸਕਦੇ ਹੋ ਕਿ ਬੁੱਢਾ ਦਲ ਦਾ ਜਿਹੜਾ ਹੈੱਡਕੁਆਟਰ ਹੈ ਉਹਨੂੰ ਵੀ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਸ ਨਿਹੰਗ ਸਿੰਘਾਂ ਦਾ ਹੈੱਡ ਮੇਨ ਦਫ਼ਤਰ ਹੈ ਜਿਹੜਾ ਇੱਥੇ ਮੇਨ ਛਾਉਣੀ ਹੈ, ਉਸ ਨੂੰ ਸਾਰੇ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਹਦੇ ਨਾਲ ਤਖਤ ਸਾਹਿਬ ਨੂੰ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨੂੰ ਸੈਨੀਟਾਈਜ਼ ਕੀਤਾ ਜਾਊਗਾ। ਕੈਮਰਾਮੈਨ ਰਿਸ਼ਪਾਲ ਦੇ ਨਾਲ ਮੁਨੀਸ਼ ਗਰਗ, ਨਿਊਜ਼ 18 ਦਮਦਮਾ ਸਾਹਿਬ, ਤਲਵੰਡੀ ਸਾਬੋ।
ਰਾਜਪੁਰਾ ਦੇ ਵਿੱਚ ਬਾਰਿਸ਼ ਪੈਣ ਦੇ ਕਾਰਨ ਵੀ ਲੋਕ ਪਰੇਸ਼ਾਨ ਹਨ ਤੇ ਕਰਫਿਊ ਲੱਗਿਆ ਹੈਗਾ ਔਰ ਇਸ ਗੱਲ ਤੋਂ ਵੀ ਲੋਕ ਪਰੇਸ਼ਾਨ ਆੜਤੀ ਇੰਨੇ ਪਰੇਸ਼ਾਨ ਹਨ ਕਿ ਲਿਫਟਿੰਗ ਢਾਂਗਾਂ ਦੀਆਂ ਢਾਂਗਾਂ ਲੱਗੀਆਂ ਹੋਈਆਂ ਲੇਕਿਨ ਲਿਫਟਿੰਗ ਦਾ ਕੰਮ ਨਹੀਂ ਹੋ ਰਿਹਾ ਜਿਸ ਕਰਕੇ ਆੜਤੀ ਤੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹਨ। ਅਸੀਂ ਅੱਜ ਇਹਨਾਂ ਤੁਹਾਨੂੰ ਕੈਮਰੇ ਰਾਹੀਂ ਤਸਵੀਰਾਂ ਦਿਖਾਉਂਦੇ ਹਾਂ ਵੀ ਕਿੰਨੀ ਲਿਫਟਿੰਗ ਦੀਆਂ ਕਿੰਨੀਆਂ ਕਣਕ ਦੀਆਂ ਢਾਂਗਾਂ ਮੰਡੀ ਦੇ ਵਿੱਚ ਲੱਗੀਆਂ ਹੋਈਆਂ ਲੇਕਿਨ ਲਿਫਟਿੰਗ ਨਹੀਂ ਹੋ ਰਹੀ ਹੈਗੀ। ਉੱਧਰੋਂ ਬਰਸਾਤ ਦਾ ਮੌਸਮ ਹੈਗਾ ਪਰ ਇਸ ਸੰਬੰਧ ਦੇ ਵਿੱਚ ਅਸੀਂ ਆੜਤੀਆਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਪਰੇਸ਼ਾਨੀ ਹੈ ਸਰ ਜੀ ਕੀ ਨਾਮ ਤੁਹਾਡਾ? ਹਰਚੰਦ ਸਿੰਘ ਹੈ ਜੀ। ਸਰ ਕੀ ਮੁਸ਼ਕਲ ਹੈ? ਮੁਸ਼ਕਲ ਇਹ ਹੈ ਜੀ ਲਿਫਟਿੰਗ ਨਹੀਂ ਹੋ ਰਹੀ। ਸਾਰੇ ਦੇਖੋ ਤੁਹਾਡੇ ਸਾਹਮਣੇ ਢਾਂਗਾਂ ਲੱਗੀਆਂ ਹੋਈਆਂ ਹਨ। ਅਸੀਂ ਬਲੌਕ ਲਗਾ ਕੇ ਥੱਕ ਚੁੱਕੇ। ਲੇਬਰ ਸਾਡੇ ਕੋਲ ਪਹਿਲਾਂ ਘੱਟ ਹੈ, ਇੰਨੀ ਲੇਬਰ ਨਹੀਂ ਹੈ ਜਿਹੜੇ ਅਸੀਂ ਬਲੌਕ ਲਗਾ ਸਕੀਏ ਪਰ ਫਿਰ ਵੀ ਅਸੀਂ ਇੰਨਾ ਮਾਲ ਸਾਂਭ ਰਹੇ ਹਾਂ। ਹੱਦ ਤੋਂ ਜ਼ਿਆਦਾ ਸਾਨੂੰ ਬਹੁਤ ਪਰੇਸ਼ਾਨੀ ਹੈ ਲਿਫਟਿੰਗ ਦੀ। ਇਹ ਲਿਫਟਿੰਗ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ, ਮਾਲ ਕਿਸੇ ਟਿਕਾਣੇ ਲੱਗਣਾ ਚਾਹੀਦਾ ਹੈ, ਸਾਡੀਆਂ ਪਰੇਸ਼ਾਨੀਆਂ ਖਤਮ ਹੋਣ। ਕੱਲ ਤਾਂ ਇਹੀ ਸਾਡੀ ਤਾਂ 6 ਮਹੀਨੇ ਬਾਅਦ ਫਸਲ ਆਉਂਦੀ, ਸਾਨੂੰ ਕਿਹੜਾ ਮਹੀਨੇ ਬਾਅਦ ਤਨਖਾਹ ਦੇਣੀ ਕਿਸੇ ਨੇ। 6 ਮਹੀਨੇ ਬਾਅਦ ਉਹੀ ਤਨਖਾਹ ਮਿਲਣੀ ਸਾਨੂੰ ਤਾਂ। ਉਸ ਤੋਂ ਪਰਮਾਤਮਾ ਕਹਿਰ ਵਸਾਦਾ ਮੀਂਹ ਦਾ, ਥੱਲੋਂ ਪੈਸੇ ਨਹੀਂ ਭੇਜ ਰਹੀ ਗੌਰਮੈਂਟ। ਇਹ ਕਹਿੰਦੇ ਕਰੋ 72 ਘੰਟੇ ਬਾਅਦ ਪਾ ਦਿਆਂਗੇ, ਹੁਣ ਤੱਕ ਪੈਸੇ ਨਹੀਂ। ਆੜਤੀ ਕਿੱਥੋਂ ਦੇਣ ਵਿਚਾਰੇ, ਜੇ ਉਹਨਾਂ ਕੋਲ ਆਏਗਾ ਤਾਂ ਹੀ ਦੇਣਗੇ ਉਹ ਵੀ। ਸਾਡੀ ਤਾਂ ਇਹੀ ਮੁਸ਼ਕਲ ਹੈ। ਰਾਜਪੁਰਾ ਦੇ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ, ਆੜਤੀਆਂ ਨਾਲ ਵੀ ਗੱਲਬਾਤ ਕੀਤੀ ਪਰ ਇਹਨਾਂ ਦੀ ਪਰੇਸ਼ਾਨੀ ਇਹੀ ਹੈ ਵੀ ਜਿਹੜੇ ਕਿਸਾਨ ਹੈਗੇ ਕਿਸਾਨ ਦੱਸ ਰਹੇ ਹਨ ਵੀ ਸਾਨੂੰ ਨਾ ਤਾਂ ਪੇਮੈਂਟ ਮਿਲਦੀ ਹੈਗੀ ਪਈ ਹੈ ਨਾ ਹੀ ਸਾਨੂੰ ਕਿਸੇ ਪਾਸੇ ਸਾਡੀ ਕਣਕ ਦੀ ਜਿਹੜੀ ਖਰੀਦ ਹੈਗੀ ਮੌਕੇ ਦੇ ਉੱਪਰ ਹੋ ਰਹੀ ਹੈ। ਔਰ ਆੜਤੀਆਂ ਨੇ ਆਪਣੀ ਪਰੇਸ਼ਾਨੀ ਦੱਸੀ ਕਿ ਰਾਜਪੁਰੇ ਦੇ ਵਿੱਚ ਢਾਂਗਾਂ ਲੱਗੀਆਂ ਨੇ, ਲੇਬਰ ਘੱਟ ਹੈਗੀ ਹੈ, ਲੇਬਰ ਨਾ ਘੱਟ ਹੋਣ ਦੇ ਕਾਰਨ ਹੀ ਸਾਡੀ ਜਿਹੜੀ ਕਣਕ ਹੈਗੀ ਹੈ ਜਿਹੜੀਆਂ ਢਾਂਗਾਂ ਲੱਗੀਆਂ ਹੈਗੀਆਂ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਚਲਾਈਏ। ਸਾਡੀ ਸਰਕਾਰ ਨੂੰ ਅਪੀਲ ਹੈਗੀ ਹੈ ਕਿ ਇਸ ਨੂੰ ਲਿਫਟਿੰਗ ਦਾ ਕੰਮ ਜਲਦੀ ਕਰਵਾਇਆ ਜਾਵੇ। अमरजीत पन्नू, न्यूज़ 18 राजपुरा। मौसम विभाग ने पहले से ही चेतावनी दी थी लेकिन मंडी अधिकारियों की लापरवाही किसानों के लिए भारी पड़ गई। मैं आपको वो तस्वीरें दिखाना चाहता हूँ जो आप देख सकते हैं कि मंडी में अभी भी हजारों क्विंटल ऐसी गेहूँ है जो बरसात की भेंट चढ़ रही है। और ये जो गेहूँ है आपको दिखाना चाहता हूँ कि पूरी तरह से इस वक्त बरसात की भेंट चढ़ चुकी है। ऐसे में ना जाने और कितनी ऐसी ढेरियाँ हैं जो बरसात में खुले में पड़ी हुई हैं और सीधे सीधे इसका खामियाजा किसान को भुगतना पड़ रहा है। हालांकि मौसम विभाग ने पहले से अलर्ट किया था लेकिन उसके बाद भी संज्ञान ना लेना कहीं ना कहीं मंडी अधिकारियों की एक बड़ी लापरवाही है। तिलक भारद्वाज, न्यूज़ 18 यमुनानगर। पहले लॉकडाउन की मार, फिर मौसम की मार और उसके बाद हुआ किसान और आड़ती परेशान। इस समय हम करनाल की नई अनाज मंडी में खड़े हैं। आप देख सकते हैं कि लगातार बारिश हो रही है और बारिश के चलते खुले आसमान के नीचे जो बोरियों के अंदर गेहूं है वो भीगता हुआ नजर आ रहा है। हालांकि कुछ ढेरियां भी गेहूं की लगी हुई हैं, वहां पर तिरपाल बिछा दी गई है, लेकिन खुले आसमान के नीचे बोरियों के अंदर जो ये बंद गेहूं है वो भीगता हुआ नजर आ रहा है। लगातार इंतजामात की बात की जाती है मंडी प्रबंधक की तरफ से, साथ ही साथ मार्केट कमेटी की तरफ से, प्रशासन की तरफ से, लेकिन वो इंतजामात फिलहाल नजर नहीं आ रहे हैं। लगातार जो बारिश हो रही है उससे कहीं ना कहीं खामियाजा है वो किसान और आड़ती दोनों को भुगतना पड़ रहा है, क्योंकि आड़तियों का भी ये कहना है कि ये जो गेहूं है किसान आड़ती को दे चुके हैं, अब आड़ती आगे प्रशासन को देंगे, लेकिन उससे पहले ये गीला हुआ गेहूं उन्हें सुखाना होगा, वरना इस गेहूं में कटौती भी हो सकती है। समझने की बात ये है कि गेहूं हमारा है, लेकिन अगर ये गेहूं उन लोगों तक पहुंचेगा जिन्हें इनकी ज़रूरत होती है तो फिर नुकसान आम जनता को ही उठाना पड़ सकता है। करनाल से न्यूज़ 18 के लिए हिमांशु नारंग।